जी का खालसा वाहिगुरू जी की फतेह। इतिहास कामाघाटा मारू हीरो बाबा गुरदेव सिंह भाग चौथा ਅਤੇ आखिरी। इत्थों तुर के बाबा जी भद्राचाल ਦੇ ਨੇੜੇ ਨੈੜਪੁਰ ਪਿੰਡ ਜਾ ਪੁੱਜੇ। ਇੱਥੇ ਦੱਖਣੀ ਸਿੱਖਾਂ ਦੇ ਕੁਝ ਘਰ ਵਸਦੇ ਸਨ। ਇਹਨਾਂ ਦੇ ਵਡੇਰਿਆਂ ਨੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦੱਖਣ ਫੇਰੀ ਸਮੇਂ ਅੰਮ੍ਰਿਤ ਪਾਨ ਕਰਕੇ ਸਿੱਖੀ ਧਾਰਨ ਕੀਤੀ ਸੀ। ਬਾਬਾ ਜੀ ਇੱਕ ਸਿੰਘ ਸਰਦਾਰ ਬਘੇਲ ਸਿੰਘ ਦੇ ਘਰ ਪੁੱਜੇ। ਬਘੇਲ ਸਿੰਘ ਨੇ ਗੱਡਾ ਬਣਾਇਆ ਹੋਇਆ ਸੀ ਕੰਮ ਧੰਦੇ ਲਈ। ਇੱਕ ਪਰਦੇਸੀ ਗੁਰਸਿੱਖ ਨੂੰ ਘਰ ਆਇਆ ਦੇਖ ਕੇ ਟੱਬਰ ਦੇ ਜੀਆਂ ਨੂੰ ਚਾਹ ਚੜ ਗਿਆ। ਬੜੇ ਦਿਨਾਂ ਮਗਰੋਂ ਅੱਜ ਬਾਬਾ ਜੀ ਨੂੰ ਰਜਵਾ ਖਾਣਾ ਨਸੀਬ ਹੋਇਆ। ਘਰ ਵਰਗੀ ਨਿੱਘ ਪ੍ਰਾਪਤ ਹੋਈ ਅਤੇ ਗੂੜੀ ਨੀਂਦ ਸੁੱਤੇ। ਕੁਝ ਦਿਨ ਇੱਥੇ ਟਿਕ ਕੇ ਬਾਬਾ ਜੀ ਮੰਗਾਪਤ ਸਰਦਾਰ ਹਰੀ ਸਿੰਘ ਪਾਸ ਪੁੱਜੇ। ਦਿਨੇ ਗੋਦਾਵਰੀ ਕਿਨਾਰੇ ਸੈਰ ਕਰਕੇ ਅੰਨ ਪਾਣੀ ਛਕ ਕੇ ਵਾਹਿਗੁਰੂ ਦੀ ਯਾਦ ਵਿੱਚ ਜੁੜ ਜਾਂਦੇ। ਮੰਗਤਪੁਰ ਤੋਂ ਤੁਰੇ ਤਾਂ ਬਾਬਾ ਜੀ ਦਾ ਮੇਲ ਇੱਕ ਸਰਦਾਰ ਨਿਹਾਲ ਸਿੰਘ ਨਾਲ ਹੋ ਪਿਆ। ਇਹ ਨੌਜਵਾਨ ਸਿੰਘ ਪੁਲਿਸ ਵਿੱਚ ਸਿਪਾਹੀ ਸੀ। ਉਹਦੇ ਨਾਲ ਬਾਬਾ ਜੀ ਦੀ ਸਾਂਝ ਪੈ ਗਈ, ਜਿਸ ਸਦਕਾ ਸਰਦਾਰ ਨਿਹਾਲ ਸਿੰਘ ਨੇ ਨੌਕਰੀ ਛੱਡ ਦਿੱਤੀ ਅਤੇ ਬਾਬਾ ਜੀ ਨਾਲ ਰਹਿਣ ਲੱਗ ਪਿਆ। ਉਹਨੂੰ ਖਰਚਾ ਦੇ ਕੇ ਬਾਬਾ ਗੁਰਦੇਵ ਸਿੰਘ ਜੀ ਨੇ ਪੰਜਾਬ ਘੱਲਿਆ ਤੇ ਉਸ ਰਾਹੀਂ ਆਪਣੇ ਘਰ ਦਾ ਹਾਲ ਹਵਾਲ ਅਤੇ ਪੰਜਾਬ ਦੇ ਰਾਜਸੀ ਹਾਲਾਤ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਵਾਪਸ ਆਉਂਦਾ ਸਰਦਾਰ ਨਿਹਾਲ ਸਿੰਘ ਕੁਝ ਪੁਰਾਣੀਆਂ ਅਖਬਾਰਾਂ ਲੈ ਆਇਆ, ਜਿਨ੍ਹਾਂ ਨੂੰ ਪੜ੍ਹ ਕੇ ਬਾਬਾ ਜੀ ਨੂੰ ਪਿਛਲੇ ਕੁਝ ਮਹੀਨਿਆਂ ਵਿੱਚ ਦੇਸ਼ ਵਿੱਚ ਵਾਪਰੀਆਂ ਘਟਨਾਵਾਂ ਦਾ ਪਤਾ ਲੱਗਾ। ਕਰਤਾਰ ਦਾ ਭਾਣਾ ਐਸਾ ਵਰਤਿਆ ਕਿ ਸਰਦਾਰ ਨਿਹਾਲ ਸਿੰਘ ਦੀ ਨੀਅਤ ਵਿੱਚ ਪੰਜਾਬ ਤੋਂ ਵਾਪਸ ਆ ਕੇ ਫਰਕ ਪੈ ਗਿਆ। ਉਹਨੂੰ ਪਤਾ ਲੱਗਾ ਕਿ ਬਾਬਾ ਗੁਰਦੇਵ ਸਿੰਘ ਜੀ ਦੀ ਗ੍ਰਿਫਤਾਰੀ ਲਈ ਸਰਕਾਰ ਨੇ ਚੋਖਾ ਇਨਾਮ ਰੱਖਿਆ ਹੋਇਆ ਹੈ। ਉਹ ਹੁਣ ਬਾਬਾ ਜੀ ਨੂੰ ਗ੍ਰਿਫਤਾਰ ਕਰਾ ਕੇ ਇਨਾਮ ਹਾਸਲ ਕਰਨ ਦੇ ਯਤਨ ਵਿੱਚ ਲੱਗਾ। ਬਾਬਾ ਜੀ ਉਸ ਦੀ ਨੀਅਤ ਜੋ ਖਰਾਬ ਹੋਈ ਸੀ ਉਸ ਨੂੰ ਤਾੜ ਗਏ ਅਤੇ ਇੱਕ ਦਿਨ ਚੁਪਾਤੇ ਜਿਹੇ ਉਹਦੇ ਕੋਲੋਂ ਵੀ ਤੁਰ ਗਏ ਤੇ ਹੋਲੇ ਮਹੱਲੇ ਸਮੇਂ ਹਜੂਰ ਸਾਹਿਬ ਜਾ ਨਿਕਲੇ। ਪੰਜਾਬੋਂ ਹਜੂਰ ਸਾਹਿਬ ਆਏ ਯਾਤਰੂਆਂ ਨਾਲ ਪੰਜਾਬ ਜਾਂਦੀ ਗੱਡੀ ਵਿੱਚ ਬੈਠ ਤਾਂ ਗਏ, ਪਰ ਹਾਲਾਂ ਪੰਜਾਬ ਵਿੱਚ ਪੈਰ ਪਾਉਣਾ ਉਚਿਤ ਨਾ ਸਮਝ ਕੇ ਰਾਹ ਵਿੱਚ ਹੀ ਉਤਰ ਖਲੋਤੇ ਅਤੇ ਰਿਆਸਤ ਗਵਾਲੀਅਰ ਵਿੱਚ ਘੁੰਮਣ ਲੱਗੇ। ਚੰਦੋਰੀ ਤੋਂ ਹੋ ਕੇ ਸਿਪਰੀ ਪੁੱਜੇ ਤੇ ਉੱਥੇ ਇੱਕ ਓਵਰਸੀਅਰ ਨਾਲ ਮਿਲ ਕੇ ਨਹਿਰ ਦੀ ਖੁਦਾਈ ਦੇ ਠੇਕੇ ਲੈਣ ਲੱਗ ਪਏ ਤੇ ਨਾਲੇ ਕੱਪੜੇ ਦਾ ਵਪਾਰ ਵੀ ਸ਼ੁਰੂ ਕਰ ਦਿੱਤਾ ਤੇ ਇਸੇ ਨਾਮ ਤੇ ਪੰਜਾਬ ਤੋਂ ਅਖਬਾਰ ਮੰਗਾਉਣ ਲੱਗ ਪਏ। ਇੱਕ ਦਿਨ ਪਤਾ ਲੱਗਿਓ ਨੇ ਕਿ ਪੁਲਿਸ ਇਸ ਇਲਾਕੇ ਵਿੱਚ ਵੀ ਉਹਨਾਂ ਦੀ ਭਾਲ ਕਰ ਰਹੀ ਹੈ। ਪੈਸਾ ਟਕਾ ਸਭ ਵਪਾਰ ਵਿੱਚ ਲੱਗਾ ਹੋਇਆ ਸੀ। ਹੁਣ ਫਿਰ ਭੱਜ ਖਲੋਣ ਦੇ ਖਿਆਲ ਨੇ ਡੂੰਘੀਆਂ ਸੋਚਾਂ ਵਿੱਚ ਪਾ ਦਿੱਤਾ। ਉਹ ਆਦਮ ਬੋ ਕਰਦੀ ਪੰਜਾਬ ਪੁਲਿਸ ਤੋਂ ਤੰਗ ਆ ਚੁੱਕੇ ਸਨ। ਆਪ ਮੌਤ ਤੋਂ ਨਹੀਂ ਸਨ ਡਰਦੇ। ਉਹ ਭਾਈ ਮਤੀ ਦਾਸ ਜੀ ਵਾਂਗੂ ਸ਼ਹੀਦ ਹੋਣ ਨੂੰ ਤਿਆਰ ਸਨ। ਉਹ ਦੇਸ਼ ਭਗਤ ਸੂਰਬੀਰਾਂ ਵਾਂਗ ਫਾਂਸੀ ਦੇ ਰੱਸੇ ਚੁੰਮਣ ਨੂੰ ਤਿਆਰ ਸਨ, ਪਰ ਉਹ ਪੁਲਿਸ ਦੇ ਹੱਥ ਨਹੀਂ ਸਨ ਆਉਣਾ ਚਾਹੁੰਦੇ। ਪੁਲਿਸ ਜਿੱਥੇ ਤਸੀਹੇ ਦਿੰਦੀ ਸੀ ਉੱਥੇ ਝੂਠੇ ਇਲਜ਼ਾਮ ਵੀ ਮੱਥੇ ਮੜਦੀ ਸੀ। ਇੱਕ ਦਿਨ ਰਾਤ ਦੇ ਪਿਛਲੇ ਪਹਿਰ ਉੱਠ ਕੇ ਜੰਗਲ ਦੇ ਰਾਹ ਪੈ ਗਏ। ਬਾਬਾ ਗੁਰਦੇਵ ਸਿੰਘ ਜੀ ਰਾਜਗੜ੍ਹ ਦੇ ਐਸੇ ਓੜ ਦੇ ਮਾਰੇ ਇਲਾਕੇ ਵਿੱਚ ਗੁਜ਼ਰ ਰਹੇ ਸਨ ਜਿੱਥੇ ਪਰਦੇਸੀ ਬੰਦੇ ਨੂੰ ਕਿਸੇ ਇੱਕ ਘਰੋਂ ਰੱਜ ਕੇ ਪਾਣੀ ਪੀਣਾ ਵੀ ਨਸੀਬ ਨਹੀਂ ਸੀ ਹੁੰਦਾ ਅਤੇ ਮਗਰੇ ਪੁਲਿਸ ਵੀ ਬਾਬਾ ਜੀ ਦੀ ਤਲਾਸ਼ ਵਿੱਚ ਆ ਰਹੀ ਸੀ। ਇੱਕ ਰਾਤ ਬਾਬਾ ਗੁਰਦੇਵ ਸਿੰਘ ਜੀ ਇੱਕ ਖੂਹ ਤੋਂ ਪਾਣੀ ਪੀ ਕੇ ਰਸਤੇ ਪਏ ਹੀ ਸਨ ਕਿ ਪਿੱਛੇ ਕਿਸੇ ਦੀ ਤੋਰ ਦੀ ਬਿੜਕ ਪਈ। ਬਾਬਾ ਗੁਰਦੇਵ ਸਿੰਘ ਜੀ ਪਗਡੰਡੀ ਛੱਡ ਕੇ ਲਾਂਭੇ ਹੋ ਕੇ ਪੈਲੀਆਂ ਵਿੱਚ ਤੁਰਨ ਲੱਗ ਪਏ,
पर हालां भी उन्हां पिछे कोई आ रहा जापदा सी। आप दौड़ पे, सारी रात अगे अगे बाबा जी, पिछे पुलिस दे बंदे, अगे डूंगी खड्ड सी। बाबा जी खड्ड दे विचों दी हो तुरे। खड्ड मुक्की ते उजाड़ आ गई। कुछ गड्डियां वाले रात कट्टण लई इत्थे ठहरे हुए सन। बाबा गुरदित सिंह जी कोडे हो के एक गड्ढे थल्ले वड़ के बह गए। थोड़ी देर मगरों पुलसीए भी आ पुजे। उन्हां गड्डियां वालियां तो रात दे हनेरे विच पुछ-गिछ कीती ते अगे लंघ गए। बाबा जी गड्ढे थल्लों मलकड़े जहे निकले ते पुलिस वालियां तो उल्टी दिशा नूं हो तुरे। इउं ही एक दिन पुलिस दे घेरे विच फसे हुए बाबा गुरदित सिंह जी एक पहाड़ी ते जा चढ़े, जिते ना छां सी ना पानी। सोचिया अज रातों रात ही पहाड़ी तो थल्ले उतर जाना है। हालां यह कुछ सोच ही रहे सन कि अगों दो सिपाही आउंदे नजरी पए। थके होए जापदे सन पुलिस वाले। ओ बाबा जी वल वेख आपो विच कुछ कुसर मुसर करन लग पे। बाबा जी नूं एक तरकीब सुझी। ओह अपनी हथ विचली डांग ते इउं झुके जिवें कोई बंदूक दा निशाना बन रहा होवे। पुलिसिए इस डांग नूं ही बंदूक समझ बैठे ते डर दे मारे झाड़ियां ओले लुकदे लुकदे किते दे किते जा पुजे। ओह रात पसरन लगी। बाबा जी रहरास साहिब दा पाठ करदे करदे पहाड़ी तो थल्ले उतरन लग पए। पाठ मुक्का तां एक थां खलो के अरदास करन लगे। अरदास खत्म होण वाली सी कि बाबा जी हेठले पासियों कुछ आदमियां दे बोलण दी आवाज सुनाई दिती। बाबा गुरदित सिंह जी झट एक झाड़ी ओले हो गए ते लगे कंन ला के नेड़े आ रहीआं आवाजां नूं सुणन। उन्हां दे कन्नी इउं गल्लां पैण लगियां, ऐसी अंधेरी रात में कैसे नीचे आ सकता है वो, अरे क्यों नहीं उतरेगा। सुबह उसके पास एक लोटा पानी का ही तो था, बिना पानी मर नहीं जाएगा क्या। तमाम कुओं पर पहरा रखो, कहीं ना कहीं तो लेने आएगा वो। हाँ, रास्तों पर भी पहरा रखो, एक रात हम ना भी सोए तो क्या हुआ। बाबा गुरदित सिंह जी भी दड़ वट के झाड़ी ओले नेड़े नेड़े आउंदियां आवाजां सुनदे रहे ते पुलसीए गल्लां करदे झाड़ी कोलों दी उपर नूं लंघ गए। बाबा गुरदित सिंह जी ने वाहिगुरू दा लख लख शुक्र कीता। सोचन लगे जे अरदास लई ना रुकदा तां हुण तक पुलिस दी पकड़ विच आ गया हुंदा। वाहिगुरू कितना बेअंत है, दुखियां निआसरियां नूं किवें बहुड़दा है। पुलिस वाले दूर जा चुके सन। बाबा गुरदित सिंह जी पहाड़ियों हेठां उतरन लगे। हनेरे विच पैर दी ठोकर नाल जे कोई पत्थर रेड़ पैंदा तां बाबा जी झट चौकन्ने हो जांदे। इउं हौली हौली पहाड़ियों थल्ले उतरे ते कई दिन दा पंध करदे जयपुर ते मारवाड़ दे इलाके विच जा निकले। बड़ौदा शहर तो बाहर एक पिंड विच हिकमत हकीमी दा काम शुरू कर लिया ते लोड़वंदां नूं दवा दारू दे के सेवा करन लग पए। इधर पुलिस दा डर घट सी। इन्हां दिनां विच ही जलियांवाले बाग दा हत्याकांड वापरिया। सुन के बाबा गुरदित सिंह जी दा दिल वलुंदरिया गया। अंग्रेजी जुलम दा शिकार होए पीड़ितां दा दर्द वंडाउण लई उन्हां दा हिरदा कुरला उठिया। पर बाबा गुरदित सिंह जी मजबूर सन। पंजाब विच ऐसे समय पैर पाउणा अपने आप नूं पुलिस दे हवाले करन दे तुल सी। उन्हां नूं भारती आगूआं दी ढिल्लड़ नीति ते गुस्सा आउंदा ते सोचदे अगे बज-बज घाट दे शहीदां दी किसे ने सार नहीं लई ते इवें ही हुण पंजाब दी धरती ते डुल्ले इस खून ने भी अजाई चले जाना है। हिकमत छड्ड
आप ਬੰਬਈ ਵੱਲ ਨੂੰ ਤੁਰ ਪਏ। ਉੱਥੇ ਪਹੁੰਚ ਕੇ ਮਹਾਤਮਾ ਗਾਂਧੀ, ਪੰਡਿਤ ਮੋਤੀ ਲਾਲ ਨਹਿਰੂ ਤੇ ਹੋਰ ਆਗੂਆਂ ਨੂੰ ਮਿਲੇ। ਮਹਾਤਮਾ ਜੀ ਉਦੋਂ ਜਲਿਆਂਵਾਲਾ ਬਾਗ ਫੰਡ ਇਕੱਠਾ ਕਰ ਰਹੇ ਸਨ। ਬਾਬਾ ਜੀ ਨੇ ਜੇਬ ਵਿੱਚੋਂ ਇੱਕ ਪੁਰਾਣਾ ਜਿਹਾ ਬਟੂਆ ਕੱਢਿਆ, ਆਪਣੀ ਸਾਰੀ ਪੂੰਜੀ 6 ਰੁਪਏ, ਆਪਣਾ ਕੋਟ ਅਤੇ ਹੱਥ ਵਿਚਲੀ ਗੜਵੀ ਫੰਡ ਵਿੱਚ ਦੇ ਦਿੱਤੀ। ਬੰਬਈ ਵਿੱਚ ਰਹਿੰਦਿਆਂ ਗੁਪਤ ਰੂਪ ਵਿੱਚ ਬਾਬਾ ਗੁਰਦੇਵ ਸਿੰਘ ਜੀ ਕਾਂਗਰਸ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੁੰਦੇ ਰਹੇ, ਜਲਸਿਆਂ ਵਿੱਚ ਲੈਕਚਰ ਦਿੰਦੇ ਤੇ ਰਾਜਸੀ ਲੀਡਰਾਂ ਨਾਲ ਵਿਚਾਰ ਵਟਾਂਦਰਾ ਕਰਦੇ ਰਹੇ। ਇਨ੍ਹਾਂ ਦਿਨਾਂ ਵਿੱਚ ਨਨਕਾਣਾ ਸਾਹਿਬ ਦਾ ਖੂਨੀ ਸਾਕਾ ਵਾਪਰਿਆ। ਬਾਬਾ ਗੁਰਦੇਵ ਸਿੰਘ ਜੀ 13/3/1921 ਨੂੰ ਅਹਿਮਦਾਬਾਦ ਵਿਖੇ ਮਹਾਤਮਾ ਗਾਂਧੀ ਨੂੰ ਮਿਲੇ। ਨਨਕਾਣਾ ਸਾਹਿਬ ਦੇ ਸਾਕੇ ਬਾਰੇ ਤੇ ਅੰਗਰੇਜ਼ ਦੀ ਨੀਤੀ ਬਾਰੇ ਵਿਚਾਰਾਂ ਕੀਤੀਆਂ। ਮਹਾਤਮਾ ਗਾਂਧੀ ਨੇ ਉਹਨਾਂ ਨੂੰ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦੇਣ ਦੀ ਸਲਾਹ ਦਿੱਤੀ। ਅਜਿਹਾ ਕਰਨ ਤੋਂ ਪਹਿਲਾਂ ਬਾਬਾ ਜੀ ਪੰਜਾਬ ਦੇ ਰਾਜਸੀ ਹਾਲਾਤ ਦਾ ਜਾਇਜ਼ਾ ਲੈਣਾ ਚਾਹੁੰਦੇ ਸਨ। ਗੁਪਤ ਰੂਪ ਵਿੱਚ ਬਾਬਾ ਗੁਰਦੇਵ ਸਿੰਘ ਜੀ ਨੇ ਹੈਦਰਾਬਾਦ, ਸਿੰਧ, ਕਰਾਚੀ, ਸਖਰ, ਮਿੰਟ ਗੁਮਰੀ, ਲਾਇਲਪੁਰ ਤੇ ਪੰਜਾਬ ਦੇ ਹੋਰ ਕਈ ਇਲਾਕਿਆਂ ਦਾ ਦੌਰਾ ਕੀਤਾ ਅਤੇ ਹਰ ਖਿਆਲ ਦੇ ਆਗੂਆਂ ਨੂੰ ਮਿਲੇ। ਥਾਂ-ਥਾਂ ਜਾ ਕੇ ਖਿਲਾਫਤ ਕਮੇਟੀਆਂ ਕਾਇਮ ਕਰਾਈਆਂ ਤੇ ਕਾਂਗਰਸ ਕਮੇਟੀਆਂ ਵਿੱਚ ਲੈਕਚਰ ਦਿੰਦੇ ਰਹੇ। ਅੰਤ 15/11/1921 ਨੂੰ ਨਨਕਾਣਾ ਸਾਹਿਬ ਦੇ ਮੇਲੇ ਸਮੇਂ ਆਪ ਨੇ ਆਪ ਨੂੰ ਪੁਲਿਸ ਦੇ ਹਵਾਲੇ ਕਰਨ ਦਾ ਐਲਾਨ ਕਰ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਨਨਕਾਣੇ ਦੀ ਜੂਹ ਵਿੱਚ ਜਾ ਪੁੱਜੇ ਸਰਦਾਰ ਦਲਜੀਤ ਸਿੰਘ, ਜਿਨ੍ਹਾਂ ਬਾਬਾ ਜੀ ਤੋਂ ਪ੍ਰਭਾਵਿਤ ਹੋ ਕੇ ਹਾਂਗਕਾਂਗ ਵਿਖੇ ਅਮਰੀਕਾ ਜਾ ਕੇ ਉੱਚ ਵਿੱਦਿਆ ਪ੍ਰਾਪਤ ਕਰਨ ਦਾ ਇਰਾਦਾ ਬਦਲ ਦਿੱਤਾ ਸੀ। ਬਾਬਾ ਜੀ ਨਾਲ ਸੀ। ਰਾਤ ਦੋਹਾਂ ਪੈਲੀਆਂ ਵਿੱਚ ਕੱਟੀ। ਤੜਕਸਾਰ ਬਾਬਾ ਜੀ ਮੈਲੇ ਕੁਚੈਲੇ ਕੱਪੜੇ ਪਾ, ਹੱਥ ਵਿੱਚ ਟੋਕਰੀ ਤੇ ਝਾੜੂ ਫੜੀ, ਭੰਗੀ ਦਾ ਭੇਸ ਧਾਰ ਕੇ ਪੁਲਿਸ ਦੇ ਪਹਿਰੇ ਤੋਂ ਬਚ ਕੇ ਲੰਘ ਗਏ। ਛੇਤੀ ਹੀ ਪਿੱਛੋਂ ਸਰਦਾਰ ਦਲਜੀਤ ਸਿੰਘ ਬਾਬਾ ਜੀ ਦੇ ਕੱਪੜੇ ਲੈ ਕੇ ਪੁੱਜ ਗਿਆ। ਬਾਬਾ ਜੀ ਨੇ ਕੱਪੜੇ ਬਦਲੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੱਜੇ ਦੀਵਾਨ ਵਿੱਚ ਜਾ ਬੈਠੇ। 9 ਵਜੇ ਗੁਰਬਾਣੀ ਦੇ ਮਨੋਹਰ ਕੀਰਤਨ ਮਗਰੋਂ ਲੈਕਚਰਾਂ ਦਾ ਸਿਲਸਿਲਾ ਸ਼ੁਰੂ ਹੋਇਆ ਤਾਂ ਸਟੇਜ ਸੈਕਟਰੀ ਸਰਦਾਰ ਹਰਚੰਦ ਸਿੰਘ ਲਾਇਲਪੁਰੀ ਨੇ ਬਾਬਾ ਜੀ ਨੂੰ ਸਟੇਜ ਤੇ ਆਉਣ ਦਾ ਸੱਦਾ ਦਿੱਤਾ। ਬਾਬਾ ਗੁਰਦੇਵ ਸਿੰਘ ਜੀ ਨੇ ਰੱਜ ਸੰਗਤਾਂ ਦੇ ਦਰਸ਼ਨ ਕੀਤੇ ਤੇ 7 ਸਾਲਾਂ ਦੇ ਲੰਬੇ ਸਮੇਂ ਦੇ ਉਹਨਾਂ ਦੇ ਸਾਥੀਆਂ ਨਾਲ ਵਾਪਰੇ ਹਾਲਾਤ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ। ਸ਼ਾਮ ਨੂੰ ਠਾਠਾ ਮਾਰਦਾ ਇੱਕ ਜਲੂਸ ਨਨਕਾਣਾ ਸਾਹਿਬ ਦੇ ਗੁਰਦੁਆਰੇ ਤੋਂ ਪੁਲਿਸ ਦੇ ਤੰਬੂਆਂ ਵੱਲ ਨੂੰ ਤੁਰਿਆ। ਵਿਚਾਲੇ ਹਾਰਾਂ ਨਾਲ ਲੱਦੇ ਹੋਏ ਬਾਬਾ ਗੁਰਦੇਵ ਸਿੰਘ ਜੀ ਸਨ। ਪੁਲਿਸ ਤੰਬੂਆਂ ਦੇ ਨੇੜੇ ਇੱਕ ਉੱਚੀ ਥਾਂ ਪੁੱਜ ਕੇ ਬਾਬਾ ਜੀ ਨੇ ਸੰਗਤਾਂ ਨੂੰ ਗੱਜ ਕੇ ਫਤਿਹ ਬੁਲਾਈ ਤੇ ਸੰਗਤਾਂ ਪਾਸੋਂ ਵਿਦਾਈ ਲੈ ਕੇ ਆਪਣੇ ਆਪ ਨੂੰ ਗ੍ਰਿਫਤਾਰੀ ਦੇ ਲਈ ਪੇਸ਼ ਕਰ ਦਿੱਤਾ। ਪੁਲਿਸ ਨੇ ਤੁਰੰਤ ਇੱਕ ਸਪੈਸ਼ਲ ਗੱਡੀ ਰਾਹੀਂ ਬਾਬਾ ਜੀ ਨੂੰ ਲਾਹੌਰ ਭੇਜ ਦਿੱਤਾ ਤੇ ਮਗਰੋਂ ਡੇਰਾ ਗਾਜ਼ੀ ਖਾਂ ਜੇਲ੍ਹ ਵੱਲ ਨੂੰ ਤੋਰ ਦਿੱਤਾ ਗਿਆ। ਹਿੰਦ ਰੱਖਿਆ ਕਾਨੂੰਨ ਦੀ ਮਿਆਦ ਖਤਮ ਹੋਣ ਤੇ 26/2/1922 ਨੂੰ ਬਾਬਾ ਗੁਰਦੇਵ ਸਿੰਘ ਜੀ ਨੂੰ ਰਿਹਾ ਕਰ ਦਿੱਤਾ ਗਿਆ। 6/3/1922 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਾਬਾ ਗੁਰਦੇਵ ਸਿੰਘ ਜੀ ਦਾ ਇੱਕ ਵੱਡਾ ਜਲੂਸ ਕੱਢਿਆ ਗਿਆ। ਉਹਨਾਂ ਥਾਂ ਜੋਸ਼ੀਲੀਆਂ ਤਕਰੀਰਾਂ ਕੀਤੀਆਂ, ਜਿਸ ਦੇ ਨਤੀਜੇ ਵਜੋਂ ਅਗਲੇ ਹੀ ਦਿਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਕੱਦਮਾ ਚੱਲਿਆ ਤੇ ਬਾਬਾ ਜੀ ਨੂੰ 5 ਸਾਲ ਦੀ ਕੈਦ ਹੋਈ। ਜੇਲੋਂ ਰਿਹਾ ਹੋ ਕੇ ਬਾਬਾ ਗੁਰਦੇਵ ਸਿੰਘ ਜੀ ਕਲਕੱਤੇ ਗਏ ਤੇ ਕਾਮਾਗਾਟਾ ਮਾਰੂ ਜਹਾਜ਼ ਦੇ ਹਰਜਾਨੇ ਦਾ ਦਾਅਵਾ ਕਰ ਦਿੱਤਾ। ਹਕੂਮਤ ਦੇ ਪਿੱਠੂਆਂ 4 ਤਾਰੀਖਾਂ ਵਿੱਚ ਹੀ ਮੁਕੱਦਮਾ ਖਾਰਜ ਕਰ ਦਿੱਤਾ। ਮਗਰੋਂ ਵੀ ਕਈ ਵਾਰੀ ਬਾਬਾ ਜੀ ਨੂੰ ਜੇਲ੍ਹ ਯਾਤਰਾ ਕਰਨੀ ਪਈ। ਨਵੰਬਰ 1953 ਵਿੱਚ ਦੇਸ਼ ਆਜ਼ਾਦ ਹੋਣ ਮਗਰੋਂ ਦਿੱਲੀ ਵਿੱਚ ਆਪ ਜੀ ਮੌਲਾਨਾ
ਅਬੁਲ ਕਲਾਮ ਆਜ਼ਾਦ ਤੇ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਮਿਲੇ। ਪੰਡਿਤ ਨਹਿਰੂ ਨੂੰ ਸੰਬੋਧਨ ਕਰਦਿਆਂ ਬਾਬਾ ਗੁਰਦੇਵ ਸਿੰਘ ਜੀ ਨੇ ਕਿਹਾ, ਮੈਨੂੰ ਕੋਈ ਕੰਮ ਦਿਓ। 95 ਵਰ੍ਹੇ ਦੇ ਬਿਰਧ ਸਰਦਾਰ ਗੁਰਦੇਵ ਸਿੰਘ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਪੰਡਤ ਜੀ ਨੂੰ ਅਕਹਿ ਖੁਸ਼ੀ ਹੋਈ ਤੇ ਮੁਸਕਰਾ ਕੇ ਬਾਬਾ ਜੀ ਨੂੰ ਉੱਤਰ ਦਿੱਤਾ, बाबा जी अब आप काम होता हुआ देखें, अपने बच्चों को आशीर्वाद दें, उस परमात्मा का शुक्र करें जिसने आपको आपकी कुर्बानियों का फल आजादी अपनी आंखों से देखने का मौका दिया है। कलकत्ते विखे बाबा जी की तबीयत खराब हो गई तो आप नूं पंजाब लियांदा गया। 24/7/1954 शाम दे 6:45 बजे लगभग 96 वरे दी आयु हो के बाबा गुरदेव सिंह जी कामागाटा मारू दे हीरो अकाल चलाना कर गए। 5 जुलाई 1954 नूं उन्हां दी अर्थी दा जलूस ਅੰਮ੍ਰਿਤਸਰ ਦੇ ਵੱਡੇ ਵੱਡੇ ਬਾਜ਼ਾਰਾਂ ਵਿੱਚੋਂ ਦੀ ਹੁੰਦਾ ਹੋਇਆ ਸ਼ਹੀਦਾਂ ਦੀ ਧਰਤੀ ਜੱਲਿਆਂਵਾਲੇ ਬਾਗ ਪੁੱਜਾ। ਮਗਰੋਂ ਬੱਸ ਰਾਹੀਂ ਸਰਹਾਲੀ ਲੈ ਜਾ ਕੇ ਬੜੀ ਧੂਮ-ਧਾਮ ਦੇ ਨਾਲ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ। ਪੁਸਤਕ ਕਾਮਾਗਾਟਾ ਮਾਰੂ ਹੀਰੋ ਬਾਬਾ ਗੁਰਦੇਵ ਸਿੰਘ ਭਾਗ ਚੌਥਾ ਅਤੇ ਅਖੀਰਲਾ ਆਵਾਜ਼ ਭਾਈ ਸੰਦੀਪ ਸਿੰਘ ਖਾਲੜਾ। ਅਗਰ ਆਪ ਜੀ ਨੂੰ ਵਧੀਆ ਲੱਗਾ ਹੋਵੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਹੋਰ ਇਤਿਹਾਸ ਵਾਲੀਆਂ ਆਡੀਓ ਬੁੱਕਾਂ ਤੁਹਾਡੇ ਕੋਲ ਪਹੁੰਚ ਸਕਣ। ਆਪ ਸੁਣ ਕੇ ਅਗਾਂਹ ਸ਼ੇਅਰ ਜ਼ਰੂਰ ਕਰਿਆ ਕਰੋ। ਇਹੀ ਜਿਹੜੀ ਹੈ ਸਾਡੀ ਸੇਵਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।